ਏਕ ਗੁਣ ਨਾਹੀ ਅੰਮ੍ਰਿਤ ਛਾੜ, ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸਤਿਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰਾਂ ਨੇ ਸਾਡੇ ਪਰ ਅਪਾਰ ਬਖਸ਼ਿਸ਼ ਕਰਦਿਆਂ ਨਦਰ ਇਨਾਇਤ ਕੀਤੀ ਹੈ। ਜੋ ਆਪਾਂ ਸਾਧ ਸੰਗਤ ਦੇ ਰੂਪ ਦੇ ਵਿੱਚ ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੇ ਹਾਂ। ਸੋ ਕੁਝ ਸਮੇਂ ਵਾਸਤੇ ਅਸੀਂ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਉਣੀ ਹੈ। ਸਤਿਗੁਰੂ ਜੀ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਹ ਜੋ ਮਨੁੱਖਾ ਜਨਮ ਹੈ, ਸਤਿਗੁਰੂ ਫਰਮਾਉਂਦੇ ਨੇ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ। ਹੇ ਭਾਈ, ਤੂੰ ਲੱਖਾਂ ਹੀ ਜੂਨਾਂ ਦੇ ਵਿੱਚੋਂ ਨਿਕਲ ਕੇ ਆਇਆ ਹੈ। ਹੁਣ ਤੈਨੂੰ ਪ੍ਰਭੂ ਨੇ ਇਹ ਮਨੁੱਖਾ ਜਨਮ ਬਖਸ਼ਿਆ ਹੈ। ਇਹ ਸਿਮਰਨ ਕਰਨ ਵਾਸਤੇ ਪ੍ਰਭੂ ਨੇ ਤੈਨੂੰ ਮਨੁੱਖਾ ਦੇਹੀ ਬਖਸ਼ੀ ਹੈ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਇਸ ਦੇਹੀ ਨੂੰ ਸਾਧ ਸੰਗਤ ਜੀ ਦੇਵਤੇ ਵੀ ਪਰਮਾਤਮਾ ਕੋਲੋਂ ਮੰਗਦੇ ਨੇ, ਕਿਉਂਕਿ ਮਨੁੱਖਾ ਦੇਹੀ ਦੇ ਵਿੱਚ ਆ ਕੇ ਹੀ ਪ੍ਰਭੂ ਦਾ ਸਿਮਰਨ ਕੀਤਾ ਜਾ ਸਕਦਾ ਹੈ ਅਤੇ ਜਨਮ ਮਰਨ ਦੇ ਗੇੜ ਦੇ ਵਿੱਚੋਂ ਮੁਕਤ ਹੋਇਆ ਜਾ ਸਕਦਾ ਹੈ। ਦੇਵਤੇ ਵੀ ਪ੍ਰਭੂ ਦਾ ਸਿਮਰਨ ਕਰਦੇ ਨੇ, ਪਰ ਦੇਵਤੇ ਵੀ ਜੂਨਾਂ ਦੇ ਵਿੱਚ ਭਟਕ ਰਹੇ ਨੇ। ਸਤਿਗੁਰੂ ਕਿਰਪਾ ਕਰਦੇ ਨੇ, ਇਸ ਦੇਹੀ ਕੋ ਸਿਮਰੈ ਦੇਵ। ਦੇਵਤੇ ਵੀ ਇਸ ਦੇਹੀ ਨੂੰ ਸਿਮਰਦੇ ਨੇ, ਭਾਵ ਪ੍ਰਭੂ ਕੋਲੋਂ ਜਾਚਨਾ ਕਰਦੇ ਨੇ, ਹੇ ਪ੍ਰਭੂ ਸਾਨੂੰ ਮਨੁੱਖਾ ਜਨਮ ਬਖਸ਼। ਸਾਧ ਸੰਗਤ ਜੀ, ਇੱਕ ਇਤਿਹਾਸਕ ਘਟਨਾ ਮੈਂ ਆਪ ਜੀ ਦੇ ਨਾਲ ਸਾਂਝੀ ਕਰਾਂ। 600-700 ਸਾਲ ਪੁਰਾਣੀ ਇਹ ਘਟਨਾ ਹੈ। ਹੈਦਰਾਬਾਦ ਦੇ ਲਾਗੇ ਇੱਕ ਥਾਂ ਹੈ ਜਿਸ ਦਾ ਨਾਮ ਹੈ ਗੋਰਕੁੰਡਾ। ਗੋਰਕੁੰਡਾ ਦੀ ਪਹਾੜੀਆਂ ਦੇ ਵਿੱਚ ਇੱਕ ਅਯਾਲੀ ਆਜੜੀ ਜੋ ਭੇਡਾਂ ਚਾਰਦਾ ਸੀ, ਉਹ ਆਜੜੀ ਜਿਸ ਦੇ ਕੋਲ 600-700 ਭੇਡਾਂ ਸਨ, ਉਹ ਭੇਡਾਂ ਚਾਰਦਾ ਸੀ ਅਤੇ ਭੇਡਾਂ ਦਾ ਦੁੱਧ ਵੇਚਦਾ ਸੀ, ਭੇਡਾਂ ਦੀ ਉੱਨ ਵੇਚਦਾ ਸੀ, ਆਪਣਾ ਗੁਜ਼ਾਰਾ ਚਲਾਉਂਦਾ ਸੀ। ਇੱਕ ਦਿਨ ਉਹ ਅਯਾਲੀ ਜਦੋਂ ਭੇਡਾਂ ਚਾਰਨ ਵਾਸਤੇ ਪਹਾੜਾਂ ਦੇ ਵਿੱਚ ਗਿਆ ਤਾਂ ਉਸ ਨੂੰ ਵਾਪਸ ਆਉਂਦਿਆਂ ਸੰਧਿਆ ਵੇਲੇ ਸੂਰਜ ਡੁੱਬ ਰਿਹਾ ਸੀ। ਉਸ ਅਯਾਲੀ ਨੂੰ ਪਹਾੜ ਦੀ ਇੱਕ ਤਲਹਟੀ ਦੇ ਉੱਤੇ ਇੱਕ ਚਮਕਦਾ ਹੋਇਆ ਪੱਥਰ ਦਿਖਾਈ ਦਿੱਤਾ। ਉਸ ਨੇ ਵੇਖਿਆ ਕਿ ਹਨੇਰਾ ਹੋ ਗਿਆ ਹੈ, ਪਰ ਇਹ ਪੱਥਰ ਚਮਕ ਰਿਹਾ ਹੈ। ਉਸ ਨੇ ਉਸ ਪੱਥਰ ਨੂੰ ਚੁੱਕ ਲਿਆ ਅਤੇ ਘਰ ਲੈ ਆਇਆ। ਆਪਣੇ ਬੱਚਿਆਂ ਨੂੰ ਆਖਣ ਲੱਗਾ ਕਿ ਤੁਸੀਂ ਰੋਜ਼ ਮੇਰੇ ਕੋਲੋਂ ਖਿਡੌਣਾ ਮੰਗਦੇ ਸੀ,
ਆ ਲਓ ਮੈਂ ਤੁਹਾਡੇ ਵਾਸਤੇ ਖਿਡੌਣਾ ਲੈ ਕੇ ਆਇਆ ਹਾਂ। ਇਹ ਹਨੇਰੇ ਦੇ ਵਿੱਚ ਵੀ ਚਮਕਦਾ ਹੈ। ਆਪਣੀਆਂ ਭੇਡਾਂ ਨੂੰ ਰੋਜ਼ ਹੀ ਨਿਤਾ ਪ੍ਰਤੀ ਸੰਧਿਆ ਵੇਲੇ ਉਹ ਲਿਆ ਕੇ ਬਾੜੇ ਦੇ ਵਿੱਚ ਬੰਦ ਕਰ ਦਿੰਦਾ ਸੀ। 6 ਮਹੀਨੇ ਉਸ ਦੇ ਬੱਚੇ ਉਸ ਪੱਥਰ ਦੇ ਨਾਲ ਖੇਡਦੇ ਰਹੇ। ਇੱਕ ਦਿਨ ਇੱਕ ਪੁਰਸ਼, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਨੋਟ ਨਹੀਂ ਹੁੰਦੇ ਸਨ, ਸਿੱਕੇ ਚੱਲਦੇ ਸਨ, ਚਾਂਦੀ ਦੇ ਸਿੱਕੇ। ਇੱਕ ਪੁਰਸ਼ ਉਸ ਦੇ ਕੋਲੋਂ 2 ਭੇਡਾਂ ਖਰੀਦਣ ਵਾਸਤੇ ਆਇਆ। ਉਸ ਪੁਰਸ਼ ਨੇ ਉਸ ਅਯਾਲੀ ਨੂੰ 2-2 ਰੁਪਏ ਦਿੱਤੇ। 4 ਰੁਪਏ ਦੀਆਂ ਉਸ ਨੇ 2 ਭੇਡਾਂ ਖਰੀਦ ਲਈਆਂ। ਤੇ ਜਦੋਂ ਭੇਡਾਂ ਖਰੀਦ ਕੇ ਉਹ ਪੁਰਸ਼ ਵਾਪਸ ਜਾ ਰਿਹਾ ਸੀ, ਉਸ ਨੇ ਵੇਖਿਆ ਕਿ ਇਸ ਦੇ ਬੱਚੇ ਇੱਕ ਪੱਥਰ ਦੇ ਨਾਲ ਖੇਡ ਰਹੇ ਨੇ। ਉਹ ਪੱਥਰ ਬੜਾ ਚਮਕ ਰਿਹਾ ਹੈ। ਉਹ ਪੁਰਸ਼ ਬੜਾ ਹੈਰਾਨ ਹੋਇਆ। ਉਸ ਨੇ ਅਯਾਲੀ ਨੂੰ ਪੁੱਛਿਆ ਕਿ ਇਹ ਪੱਥਰ ਤੁਹਾਡੇ ਕੋਲ ਕਿੱਥੋਂ ਆਇਆ? ਉਹ ਅਯਾਲੀ ਆ ਜਿਹੜੀ ਭੱਜਾ ਆਪਣੇ ਬੱਚਿਆਂ ਦੇ ਕੋਲ ਗਿਆ ਤੇ ਜਾ ਕਰਕੇ ਉਸਨੇ ਆਪਣੇ ਬੱਚਿਆਂ ਕੋਲੋਂ ਉਹ ਪੱਥਰ ਲਿਆ ਕੇ ਉਸ ਪੁਰਸ਼ ਨੂੰ ਦੇ ਦਿੱਤਾ। ਆਖਣ ਲੱਗਾ ਕਿ 6 ਮਹੀਨੇ ਹੋ ਗਏ ਨੇ ਮੇਰੇ ਬੱਚਿਆਂ ਨੂੰ ਖੇਡਦਿਆਂ, ਹੁਣ ਤੁਸੀਂ ਆਪਣੇ ਘਰੇ ਲੈ ਜਾਓ, ਹੁਣ ਤੁਹਾਡੇ ਬੱਚੇ ਖੇਡ ਲੈਣਗੇ। ਉਸ ਅਯਾਲੀ ਦੇ ਭਾਣੇ ਉਹ ਇੱਕ ਪੱਥਰ ਹੈ। ਉਸ ਪੁਰਸ਼ ਨੇ ਜਿਸ ਦੇ ਕੋਲ ਸਿੱਕਿਆਂ ਦੀ ਥੈਲੀ ਭਰੀ ਹੋਈ ਸੀ, ਉਸਨੇ ਉਹ ਸਾਰੀ ਥੈਲੀ ਉਸ ਅਯਾਲੀ ਨੂੰ ਫੜਾ ਦਿੱਤੀ। ਆਖਣ ਲੱਗਾ ਕਿ ਇਸ ਵੇਲੇ ਤੇ ਮੇਰੇ ਕੋਲ ਬਸ ਇਤਨੇ ਹੀ ਸਿੱਕੇ ਨੇ। ਤੇ ਉਸਨੇ ਉਹ ਥੈਲੀ ਉਸ ਨੂੰ ਫੜਾ ਦਿੱਤੀ ਤੇ ਉਸ ਨੈਨੋ ਨੀਰ ਬਹਿ ਤਨ ਖੀਨਾ, ਤੇ ਸਰੀਰ ਜਿਹੜਾ ਕਮਜ਼ੋਰ ਹੋ ਜਾਂਦਾ ਹੈ। ਭਏ ਕੇਸ ਦੁੱਧਵਾਨੀ, ਕੇਸ ਵੀ ਦੁੱਧ ਵਰਗੇ ਚਿੱਟੇ ਹੋ ਜਾਂਦੇ ਨੇ। ਜਦੋਂ ਤੇਰਾ ਸਰੀਰ ਕਮਜ਼ੋਰ ਹੋ ਗਿਆ ਬੁਢਾਪੇ ਦੇ ਵਿੱਚ, ਤੇ ਫਿਰ ਤੂੰ ਸੇਵਾ ਕਿਸ ਤਰ੍ਹਾਂ ਕਰੇਂਗਾ, ਬਾਣੀ ਕਿਸ ਤਰ੍ਹਾਂ ਪੜ੍ਹੇਂਗਾ? ਇਸ ਕਰਕੇ ਸਮੇਂ ਰਹਿੰਦਿਆਂ ਤੂੰ ਗੁਰੂ ਦੇ ਨਾਲ ਜੁੜ ਜਾ। ਤੂੰ ਕੱਚ ਦਾ ਵਪਾਰੀ ਨਾ ਬਣ, ਗੁਰੂ ਰੂਪੀ ਹੀਰੇ ਦੇ ਨਾਲ ਜੁੜ। ਸਤਿਗੁਰੂ ਫਰਮਾਉਂਦੇ ਨੇ, ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ। ਸਾਧ ਸੰਗਤ ਜੀ, ਜਿਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਿੱਲੀ ਦੇ ਵਿੱਚ ਜੋਤੀ ਜੋਤ ਸਮਾਏ, ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਬਾਬਾ ਬਕਾਲਾ ਕਹਿ ਕੇ ਸਤਿਗੁਰੂ ਜੀ ਜੋਤੀ ਜੋਤ ਸਮਾ ਗਏ। ਇਹ 2 ਸ਼ਬਦ ਮਹਾਰਾਜ ਨੇ ਆਖੇ, ਬਾਬਾ ਬਕਾਲਾ, ਭਾਵ ਕਿ ਅਗਲੇ ਗੁਰੂ ਜਿਹੜੇ ਨੇ ਉਹ ਬਕਾਲੇ ਦੀ ਧਰਤੀ 'ਤੇ ਨੇ। ਤੇ ਬਾਬੇ ਦਾ ਮਤਲਬ ਸੀ ਕਿ ਦਾਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਚਾਚਾ ਦਾਦਾ ਲੱਗਦੇ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ। ਇਸ਼ਾਰਾ ਕਰ ਦਿੱਤਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਅਗਲੇ ਗੁਰੂ ਦਾ। ਤੇ ਜਦੋਂ ਪਖੰਡੀਆਂ ਨੂੰ ਪਤਾ ਲੱਗਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 9ਵੇਂ ਗੁਰੂ ਦਾ ਇਸ਼ਾਰਾ ਬਕਾਲੇ ਦੀ ਧਰਤੀ 'ਤੇ ਕਰ ਗਏ ਨੇ, ਤੇ ਸਾਧ ਸੰਗਤ ਜੀ ਧੀਰਮਲ ਵਰਗੇ ਅਨੇਕਾਂ ਹੀ ਪਖੰਡੀਆਂ ਨੇ ਉੱਥੇ ਮੰਜੀਆਂ ਲਾ ਲਈਆਂ, ਗੁਰੂ ਬਣ ਬੈਠੇ। ਤੇ ਕਈ ਜਿਹੜੇ ਭੋਲੇ ਭਾਲੇ ਸਿੱਖ ਸਨ, ਉਹ ਉਹਨਾਂ ਪਖੰਡੀਆਂ ਕੋਲ ਜਾ ਕੇ ਮੱਥਾ ਟੇਕਣ ਲੱਗ ਪਏ, ਉਹਨਾਂ ਨੂੰ ਭੇਟਾ ਅਰਪਣ ਕਰਨ ਲੱਗ ਪਏ। ਪਰ ਜੋ ਮੱਖਣ ਸ਼ਾਹ ਲੁਬਾਣਾ ਸੀ, ਉਹ ਜੋਹਰੀ ਸੀ। ਉਸ ਨੂੰ ਪਤਾ ਸੀ ਕਿ ਅਸਲੀ ਹੀਰਾ ਕਿਹੜਾ ਹੈ। ਸਾਡੀ ਨਜ਼ਰ ਵੀ ਹੀ ਜੋਹਰੀ ਵਰਗੀ ਹੋਣੀ ਚਾਹੀਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਛੱਡਣਾ ਸਾਧ ਸੰਗਤ ਜੀ। ਅਸੀਂ ਮੜੀਆਂ ਮਸਾਣਾਂ ਦੇ ਮੱਥੇ ਨਹੀਂ ਟੇਕਣੇ। ਗੁਰੂ ਗ੍ਰੰਥ ਸਾਹਿਬ ਜੀ ਹੀਰੇ ਨੇ, ਬਾਕੀ ਕੱਚ ਹੈ। ਮੱਖਣ ਸ਼ਾਹ ਲੁਬਾਣਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ, ਉਹਨਾਂ ਦੇ ਚਰਨਾਂ ਦੇ ਵਿੱਚ 5 ਮੋਹਰਾਂ ਰੱਖੀਆਂ। ਉਸਨੇ ਅਰਦਾਸ ਕੀਤੀ ਸੀ ਕਿ ਮੇਰਾ ਜਹਾਜ਼ ਡੁੱਬ ਮੋਹਰਾਂ ਦੀ ਕੀਤੀ ਹੈ। ਕੋਠੇ 'ਤੇ ਚੜ੍ਹ ਗਿਆ ਤੇ ਆਖਣ ਲੱਗਾ ਕਿ ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਮੈਨੂੰ ਗੁਰੂ ਲੱਭ ਪਿਆ ਹੈ। ਸਾਧ ਸੰਗਤ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਜਿਨ੍ਹਾਂ ਦੇ ਪਰਥਾਏ ਗੁਰਬਾਣੀ ਦੇ ਵਿੱਚ ਭਗਤ ਸਾਹਿਬ ਕਹਿੰਦੇ ਨੇ ਕਿ ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ। ਜਿਨ੍ਹਾਂ ਦੇ ਅੰਦਰ ਨਾਮ ਰੂਪੀ ਹੀਰਾ ਹੁੰਦਾ ਹੈ, ਉਹ ਮਨੁੱਖ ਪ੍ਰਗਟ ਹੋ ਜਾਂਦੇ ਨੇ। ਉਹ ਲੁਕਾਇਆ ਲੁਕਦੇ ਨਹੀਂ, ਭਾਵੇਂ ਉਹਨਾਂ ਨੂੰ ਕੋਈ ਲੁਕਾਉਣ ਦਾ ਜਿੰਨਾ ਮਰਜ਼ੀ ਯਤਨ ਕਰੇ। ਜਿਸ ਤਰ੍ਹਾਂ ਸੂਰਜ ਚੜ੍ਹਦਾ ਤੇ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਸੂਰਜ ਚੜ੍ਹ ਗਿਆ। ਫੁੱਲ ਨੂੰ ਆਵਾਜ਼ ਮਾਰ ਕੇ ਨਹੀਂ ਸੱਦਣਾ ਪੈਂਦਾ ਵੀ ਮੇਰੇ ਕੋਲ ਆਓ, ਮੇਰੇ 'ਚ ਖੁਸ਼ਬੂ ਆ ਰਹੀ ਹੈ। ਲੋਕੀ ਆਪਣੇ ਆਪ ਬਾਗ ਦੇ ਵਿੱਚ ਹੀ ਜਾਂਦੇ ਨੇ, ਫੁੱਲਾਂ ਦੇ ਨੇੜੇ ਜਾਂਦੇ ਨੇ। ਇਸੇ ਪ੍ਰਕਾਰ ਜਿਨ੍ਹਾਂ ਦੇ ਅੰਦਰ ਨਾਮ ਰੂਪੀ ਹੀਰਾ ਹੈ ਗੁਰਮੁਖੋ, ਉਹ ਸੰਸਾਰ ਦੇ ਵਿੱਚ ਪ੍ਰਗਟ ਹੋ ਜਾਂਦੇ ਨੇ। ਉਹਨਾਂ ਨੂੰ ਅੱਜ ਕੱਲ੍ਹ ਦੇ ਪਖੰਡੀਆਂ ਵਾਂਗੂ ਟੀਵੀ ਦੇ ਵਿੱਚ, ਅਖਬਾਰਾਂ ਦੇ ਵਿੱਚ ਆਪਣੀ ਮਸ਼ਹੂਰੀ, ਆਪਣੀ ਐਡਵਰਟਾਈਜ਼ਮੈਂਟ ਨਹੀਂ ਕਰਨੀ ਪੈਂਦੀ। ਸਤਿਗੁਰੂ ਕਿਰਪਾ ਕਰਦੇ ਨੇ, ਸੁਆਮੀ ਕੋ ਗਿਰਿਓ ਜਿਉ ਸਦਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ।
ਸਤਿਗੁਰੂ ਸਾਨੂੰ ਕੁੱਤੇ ਦੀ ਉਦਾਹਰਣ ਦੇ ਕੇ ਸਮਝਾਉਂਦੇ ਨੇ, ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ। ਇਹ ਭਾਈ, ਜਿਸ ਤਰ੍ਹਾਂ ਇੱਕ ਕੁੱਤਾ ਜਿਹੜਾ ਹੈ ਉਹ ਆਪਣੇ ਸੁਆਮੀ ਨੂੰ, ਆਪਣੇ ਮਾਲਕ ਨੂੰ ਨਹੀਂ ਛੱਡਦਾ, ਆਪਣੇ ਮਾਲਕ ਦੇ ਦਰ 'ਤੇ ਬੈਠਾ ਰਹਿੰਦਾ ਹੈ, ਅਤੇ ਕੁੱਤੇ ਦਾ ਜਿਹੜਾ ਮਾਲਕ ਹੈ ਉਹ ਅਖੀਰ ਫਿਰ ਕੁੱਤੇ ਨੂੰ ਰੋਟੀ ਪਾ ਹੀ ਦਿੰਦਾ ਹੈ। ਸੁਆਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਧ ਪ੍ਰਸੰਨ ਹੁੰਦਾ ਹੈ। ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਦੋਂ ਮਾਛੀਵਾੜੇ ਤੋਂ ਹੁੰਦਿਆਂ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹੁੰਚੇ ਨੇ, ਤਾਂ ਸਾਬੋ ਕੀ ਤਲਵੰਡੀ ਸਤਿਗੁਰੂ ਜੀ ਕੁਝ ਮਹੀਨੇ ਉੱਥੇ ਠਹਿਰੇ ਨੇ। ਉੱਥੇ ਔਰੰਗਜ਼ੇਬ ਦੇ ਕੁਝ ਅਹਿਲਕਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੋਲ ਆਏ। ਇਹ ਸਤਿਗੁਰਾਂ ਦੇ ਮੁਰੀਦ ਸਨ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਆਪਣਾ ਮੁਰਸ਼ਿਦ ਮੰਨਦੇ ਸਨ। ਤਾਂ ਸਤਿਗੁਰਾਂ ਨੂੰ ਆ ਕੇ ਉਹਨਾਂ ਅਹਿਲਕਾਰਾਂ ਨੇ ਨਮਸਕਾਰ ਕੀਤੀ, ਮੱਥਾ ਟੇਕਿਆ। ਸਤਿਗੁਰਾਂ ਨੂੰ ਆਖਣ ਲੱਗੇ ਕਿ ਸਤਿਗੁਰੂ ਜੀ, ਅਸੀਂ ਤੁਹਾਡਾ ਬਹੁਤ ਮਾਣ ਸਤਿਕਾਰ ਕਰਦੇ ਹਾਂ, ਤੁਹਾਡੇ ਨਾਲ ਸਾਡਾ ਪ੍ਰੇਮ ਹੈ। ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਸੁਲਾਹ ਕਰਾ ਦਿੱਤੀ ਜਾਵੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਖਣ ਲੱਗੇ ਕਿ ਸੁਲਾਹ ਦੀ ਕੋਈ ਸ਼ਰਤ, ਕਿਉਂਕਿ ਬਗੈਰ ਸ਼ਰਤ ਤੋਂ ਸਾਧ ਸੰਗਤ ਜੀ ਸਮਝੌਤਾ ਨਹੀਂ ਹੁੰਦਾ। ਜਦੋਂ ਕੋਈ ਵੱਡਾ ਝਗੜਾ ਹੋਵੇ ਤੇ ਉਹ ਝਗੜਾ ਜਿਹੜਾ ਫਿਰ ਸ਼ਰਤਾਂ ਦੇ ਨਾਲ ਹੀ ਨਿਬੜਦਾ ਹੈ। ਸਤਿਗੁਰੂ ਆਖਣ ਲੱਗੇ ਕਿ ਕੋਈ ਸ਼ਰਤ, ਅਹਿਲਕਾਰ ਆਖਣ ਲੱਗੇ ਸਤਿਗੁਰੂ ਜੀ ਸ਼ਰਤ ਹੈ। ਸਤਿਗੁਰੂ ਜੀ ਆਖਣ ਲੱਗੇ ਦੱਸੋ ਕਿਹੜੀ ਸ਼ਰਤ ਹੈ। ਅਹਿਲਕਾਰ ਕਹਿਣ ਲੱਗੇ ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੁਹਾਡੇ ਕੋਲ ਹੁਣ ਫੌਜਾਂ ਨਹੀਂ ਹਨ, ਤੁਸੀਂ ਅਨੰਦਪੁਰੋਂ ਵੀ ਛੱਡ ਆਏ ਹੋ, ਤੁਹਾਡੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ, ਪਿਤਾ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ, ਤੁਹਾਡੀ ਮਾਤਾ ਵੀ ਸ਼ਹੀਦ ਹੋ ਗਈ ਹੈ, ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਹਾਰ ਕਬੂਲ ਕਰ ਲਓ। ਹੁਣ ਤੁਹਾਡੇ ਕੋਲ ਕੁਝ ਵੀ ਨਹੀਂ ਹੈ, ਹੁਣ ਤੁਹਾਡੇ ਕੋਲ ਕੁਝ ਨਹੀਂ ਹੈ, ਤੁਸੀਂ ਹਾਰ ਕਬੂਲ ਕਰ ਲਓ, ਤੁਸੀਂ ਸਾਨੂੰ ਲਿਖ ਕੇ ਦੇ ਦਿਓ ਅਤੇ ਅਸੀਂ ਤੁਹਾਡੀ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਸੁਲਾਹ ਕਰਾ ਦੇਵਾਂਗੇ। ਇਹ ਰੋਜ਼ ਰੋਜ਼ ਦੇ ਜਿਹੜੇ ਝਗੜੇ ਨੇ, ਇਹਨਾਂ ਝਗੜਿਆਂ ਤੋਂ ਫਿਰ ਨਿਜਾਤ ਮਿਲ ਜਾਵੇਗੀ। ਸਤਿਗੁਰੂ ਆਖਣ ਲੱਗੇ ਕਿ ਤੁਸੀਂ ਇਹ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਮੇਰੇ ਕੋਲ ਕੁਝ ਨਹੀਂ ਹੈ। ਸਤਿਗੁਰ ਕਹਿੰਦੇ ਕਿ ਮੇਰੇ ਕੋਲ ਉਹ ਚੀਜ਼ ਹੈ ਜਿਸ ਦੇ ਬਦਲੇ, ਜਿਸ ਦੀ ਰੱਤੀ ਭਰ ਵੀ ਬਰਾਬਰੀ ਸਾਰੀ ਦੁਨੀਆ ਦਾ ਖਜ਼ਾਨਾ ਨਹੀਂ ਕਰ ਸਕਦਾ। ਤਾਂ ਸਤਿਗੁਰੂ ਜ਼ਫਰਨਾਮੇ ਦੇ ਵਿੱਚ ਫਾਰਸੀ ਵਿੱਚ ਸਤਿਗੁਰੂ ਜੀ ਲਿਖਦੇ ਨੇ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼। ਸਤਿਗੁਰ ਕਹਿੰਦੇ ਕਿ ਠੀਕ ਹੈ, ਮੇਰੇ ਕੋਲ ਹੁਣ ਸਾਜੋ ਸਮਾਨ ਨਹੀਂ ਹੈ, ਨਾ ਮੇਰੇ ਕੋਲ ਬਾਜ਼ ਹੈ, ਨਾ ਮੇਰੇ ਕੋਲ ਹੁਣ ਕੀਮਤੀ ਸੁਗਾਤਾਂ ਨੇ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼। ਖੁਦ ਮਾਲਾ ਉਸ ਦੇ ਹੱਥ ਦੇ ਵਿੱਚ ਨਹੀਂ ਹੈ, ਪਰਮਾਤਮਾ ਦਾ ਨਾਮ ਨਹੀਂ ਹੈ, ਅਤੇ ਫਿਰ ਉਹ ਜ਼ਾਲਮ ਬਣ ਜਾਂਦਾ ਹੈ। ਜਿਸ ਤਰ੍ਹਾਂ ਚੰਗੇਜ਼ ਖਾਨ ਸੀ, ਜਿਸ ਤਰ੍ਹਾਂ ਅਬਦਾਲੀ ਸੀ, ਜਿਸ ਤਰ੍ਹਾਂ ਹਿਟਲਰ ਸੀ। ਸਤਿਗੁਰਾਂ ਨੇ ਸਾਨੂੰ ਸ਼ਸਤਰ ਫੜਾ ਕੇ ਅਤੇ ਸਾਡੇ ਹੱਥ ਦੇ ਵਿੱਚ ਮਾਲਾ ਵੀ ਰੱਖੀ ਹੈ ਤਾਂ ਕਿ ਅਸੀਂ ਜ਼ਾਲਮ ਨਾ ਹੋ ਜਾਈਏ, ਅਸੀਂ ਦੁਸ਼ਟ ਨਾ ਬਣ ਜਾਈਏ। ਗੁਰੂ ਸਾਹਿਬ ਜੀ ਨੇ ਸਾਨੂੰ ਪੂਰਨ ਪੁਰਖ ਬਣਾਇਆ, ਸਾਨੂੰ ਸੰਤ ਸਿਪਾਹੀ ਬਣਾ ਕੇ। ਗੁਰਮੁਖੋ, ਸਾਡੀ ਯਾਤਰਾ ਉਦੋਂ ਸਫਲ ਹੋਣੀ ਹੈ, ਸਾਡਾ ਜਨਮ ਮਰਨ ਦਾ ਗੇੜ ਉਦੋਂ ਮੁੱਕਣਾ ਹੈ, ਸਾਡਾ ਪ੍ਰਭੂ ਦੇ ਨਾਲ ਮਿਲਾਪ ਉਦੋਂ ਹੋਣਾ ਹੈ ਜਦੋਂ ਅਸੀਂ ਪੂਰਨ ਹੋਵਾਂਗੇ। ਅਤੇ ਪੂਰਨ ਕਿਸ ਤਰ੍ਹਾਂ ਹੋਵਾਂਗੇ? ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ, ਨਿਤਨੇਮ ਕਰਕੇ। ਮੈਂ ਅਰਜ਼ ਕਰਾਂ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਵਨ ਬਚਨ ਕਰਦੇ ਨੇ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਧਰਿਓ, ਗਨ ਕਾਹੂ ਗਤ ਪਾਈ। ਹੇ ਭਾਈ, ਹਰੀ ਦਾ ਨਾਮ ਸਿਮਰ ਕੇ ਤੂੰ ਆਤਮਿਕ ਤੌਰ 'ਤੇ ਸੁਖੀ ਹੋ ਜਾਵੇਂਗਾ। ਸਰੀਰਕ ਸੁੱਖ ਦੀ ਗੁਰਮੁਖੋ ਕੋਈ ਗਰੰਟੀ ਨਹੀਂ ਹੈ। ਸਰੀਰਕ ਸੁੱਖ ਸਾਡਾ ਕਿਸੇ ਵੇਲੇ ਵੀ ਦੁੱਖ ਦੇ ਵਿੱਚ ਤਬਦੀਲ ਹੋ ਸਕਦਾ ਹੈ, ਪਰ ਇਹੋ ਜਿਹਾ ਕਿਹੜਾ ਉਦਮ ਕੀਤਾ ਜਾਵੇ, ਕੰਮ ਕੀਤਾ ਜਾਵੇ ਕਿ ਸਾਨੂੰ ਰਾਜ ਮਿਲ ਜਾਵੇ, ਦੁਬਾਰਾ ਸਾਡੀ ਇੱਜ਼ਤ ਹੋਣ ਲੱਗ ਜਾਵੇ, ਸਾਡਾ ਜਿਹੜਾ ਆਦਰ ਚਲਾ ਗਿਆ ਉਹ ਸਾਡਾ ਆਦਰ ਫਿਰ ਵਾਪਸ ਆ ਜਾਵੇ। ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਨ ਮੀਤਾ। ਇਹ ਜਿਹੜੇ ਸਾਡੇ ਸ਼ਤਰੂ ਬਣ ਗਏ ਨੇ, ਸਾਡੇ ਮਿੱਤਰ ਬਣ ਜਾਣ। ਹੁਣ ਸਾਧ ਸੰਗਤ ਜੋ ਸਤਿਯੁਗ ਦੀ ਮਾਂ ਸੀ, ਅੱਜ ਕੱਲ੍ਹ ਐਸੀਆਂ ਮਾਵਾਂ ਵਿਰਲੀਆਂ ਨੇ। ਉਸ ਨੇ ਆਪਣੇ ਪੁੱਤਰ ਨੂੰ ਪਰਮਾਤਮਾ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ।
आखन लगी कि पुत्र ध्रुव परमेश्वर आराधीऐ जिंदू होईऐ पतित पुनीता। अजकल वेखीदा है कि जदों साडी धी भैन जदों गर्भवती होंदी है साध संगत जी, उदों नाटक वेखे जाते ने, फिल्मां वेखियां जांदियां ने, गंदे गीत सुने जाते ने, गुरद्वारे नहीं आया जाता, गुरबाणी नहीं पढ़ी जाती, सेवा तो की करनी है। तो फिर जो असी वेखते हाँ उन्हां चीज़ों का फिर साडे बच्चे के उत्ते असर होंदा है। पांडवां का जो भरा सी अर्जन, अर्जन का पुत्र सी अभिमन्यु। अभिमन्यु नूं अपनी माँ के गर्भ के विच ही उसनूं चक्रव्यूह तोड़न का तरीका पता लग गया सी कि चक्रव्यूह किस तरह तोड़ीदा है। क्योंकि जदों अभिमन्यु के चाचे ताए चक्रव्यूह बनाउण दी, चक्रव्यूह तोड़न की विਉਂता बनाउंदे सन, स्कीमां बनाउंदे सन, तो उस समय वो माँ के गर्भ के विच ही सिख गया कि इस तरह चक्रव्यूह तोड़ीदा है। कहण दा भाव कि माँ के गर्भ के विच बच्चा बड़ा कुछ सिख लैंदा है। तो सानू लोड़ है कि जदों साडियां धीआं भैणां प्रैगनेंट गर्भवती होंदियां ने, उस वेले साध संगत जी असी बाणी पढ़ीए, वध तो वध बाणी पढ़ीए, असी कथा सुनीए, कीर्तन सुनीए, बजाए कि असी गंदे गीत सुनीए, फिल्मां वेखीए, नाटक वेखीए। मोबाइल नूं छड्ड के असी अपने हत्थ दे विच गुटका फड़ीए। परमेश्वर आराधीऐ जिंदू होईऐ पतित पुनीता। परमेश्वर की आराधना करन दा राणी सुनीता जिहड़ी है ध्रुव की माँ अपने पुत्र नूं उपदेश दिंदी है। परमेश्वर आराधीऐ जिंदू होईऐ पतित पुनीता। हे पुत्र, प्रभु का नाम जप के पापी जड़े ने वह भी पवित्र हो जाते हैं। बाहर चलिया करन तप मन बैरागी होए अतीता। नारद मुनि उपदेसिया नाम निधान आम्यो रस पीता। उस समय दे विच सतयुग दे विच जंगलों के जाके भगती करते सन प्रभु के प्यारे। ध्रुव ने बड़ा लंबा समा भगती की है परमात्मा की। तो जदों परमात्मा उस दे उत्ते प्रसन्न होया, राजा उतानपद अपने पुत्र नूं जंगलों के विचों लैके आया है। भाई गुरदास जी कहते हैं कि नारद मुनि उपदेसिया नाम निधान आम्यो रस पीता। पिछों राजे सद्या अवचल राज करो नित नीता। 30,000 साल साध संगत जी ध्रुव ने राज किया। 30,000 साल। सतयुग के विच बहुत लंबिया उम्रां होंदियां सन। उस तो बाद फिर त्रेते दे विच दुआपर दे विच हौली हौली उम्रां जिहड़ियां घटदियां गईयां। 30,000 साल भाई साहब कहते हैं कि ध्रुव ने राज किया है। हार चले गुरमुख जग जीता। ਜਿਹੜੇ ਦੇ ਮਨਮੁਖ ने वो तो अपनी जीवन रूपी बाजी हार के जाते हैं, पर ਜਿਹੜੇ गुरमुख ने वो सवासां रूपी पूंजी के वट्टे गुरु कोलों नाम रूपी सौदा खरीद लेंदे ने। अपने सवासां नूं वाहिगुरू वाहिगुरू गुरबाणी का जाप करके सफल कर लेंदे ने। गुरमुख अपने जीवन रूपी बाजी नूं जित के जाते हैं। सो सतगुरु किरपा करन, असीं भी गुरु चरनां दे नाल जुड़ीए। साडा हिरदा भी ध्रुव वांगू प्रभु प्रेम दे विच प्रभु दे नाम दे विच रंगिया जावे। सतगुरु सानू सारिआं नूं गुरबाणी गुरसिੱਖੀ अमृत वेड़े की दात बख्शण। साध संगत जी गुरबाणी कथा विचारा करदिआं जाने अनजाने दे विच बेअंत प्रकार दीआं भुल्लां गलतियां हो जांदियां ने। धन धन गुरु गोबिंद सिंह जी महाराज सतगुरु साहिबे कमाल दसां पातशाहियां जी दी पवित्र जोत गुरु ग्रंथ साहिब जी महाराज सानू बख्शण योग ने। सो सतगुरु जी सानू बख्श लैण। वाहिगुरू जी का खालसा वाहिगुरू जी की फतेह।